ਵਾਹਿਗੁਰੂ जी का खालसा वाहिगुरू जी की फतेह। काफ़ी टाइम तो एक अविनाश महापात्रो ਨਾਂ ਦਾ ਉੜੀਸਾ ਦਾ ਜਿਹੜਾ ਬੰਦਾ ਹੈ ਤੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਉੱਤੇ ਗਹਿਰੇ ਇਲਜ਼ਾਮ ਲਗਾ ਰਹੇ ਹਨ ਤੇ ਸਾਡੇ ਨਾਲ ਜੁੜ ਚੁੱਕੇ ਹਨ ਰੌਕਲਾ ਤੋਂ ਬਲਦੇਵ ਸਿੰਘ ਸੈਕਟਰੀ। ਤੇ ਬਲਦੇਵ ਸਿੰਘ ਜੀ, ਮੈਂ ਪੁੱਛਣਾ ਚਾਹਾਂਗਾ ਕਿ ਬਲਦੇਵ ਸਿੰਘ ਜੀ, ਜਿਹੜਾ ਅਵਿਨਾਸ਼ ਮਹਾਪਾਤਰੋ ਨੇ ਜਿਹੜਾ ਗਹਿਰਾ ਇਲਜ਼ਾਮ ਲਗਾਇਆ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਬਾਰੇ, ਤੇ ਤੁਸੀਂ ਉਹਦੇ ਬਾਰੇ ਕੀ ਬੋਲਣਾ ਚਾਹੋਗੇ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਉੜੀਸਾ ਦੀ ਸਮੂਹ ਸਿੱਖ ਸੰਗਤ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜਦੋਂ ਕਦੀ ਵੀ ਪੰਥ ਦੇ ਉੱਤੇ ਕਈ ਤਰ੍ਹਾਂ ਦੇ ਸੰਕਟ ਆਉਂਦੇ ਹਨ ਤੇ ਜਿਹੜੇ ਪੰਥ ਦਰਦੀ ਹੁੰਦੇ ਹਨ ਉਹ ਆਪਣੇ ਵਿਚਾਰ ਸਾਹਮਣੇ ਲੈ ਕੇ ਆਉਂਦੇ ਹਨ ਔਰ ਕੋਸ਼ਿਸ਼ ਇਹ ਕਰਦੇ ਹਨ ਵੀ ਇਹਦਾ ਜਿਹੜਾ ਹੈ ਵੀ ਸਹੀ ਤਰੀਕੇ ਦੇ ਨਾਲ ਕੋਈ ਉਹਦਾ ਹੱਲ ਕੱਢਿਆ ਜਾਵੇ ਤਾਂ ਕਿ ਜੋ ਪੰਥ ਨੂੰ ਇੱਕ ਅੱਛੀ ਚੰਗੀ ਦਿਸ਼ਾ ਮਿਲ ਸਕੇ। ਮੈਂ ਧੰਨਵਾਦੀ ਹਾਂ ਮਣੀ ਸਿੰਘ ਦਾ, ਜੋ ਕਿ ਰੌਕਲਾ ਸਿੱਖ ਚੈਨਲ ਉਹ ਚਲਾਉਂਦੇ ਹਨ। ਉਹਨਾਂ ਨੇ ਅੱਜ ਸਾਡੇ ਪਾਸ ਆਏ ਹਨ ਸਾਡੇ ਵਿਚਾਰ ਜਾਣਨ ਲਈ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਸਾਧ ਸੰਗਤ ਜੀਓ, ਉੜੀਸਾ ਦੇ ਵਿੱਚ ਇੱਕ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਹੈ ਜੋ ਕਿ ਤਕਰੀਬਨ ਕਾਫੀ ਸਮੇਂ ਤੋਂ ਬਣਿਆ ਹੈ। ਉਹਦੇ ਉੱਤੇ ਅਵਿਨਾਸ਼ ਮਹਾਪਾਤਰੋ, ਜਿਹੜਾ ਕਿ ਆਪਣੇ ਆਪ ਨੂੰ ਇੱਕ ਸਿੱਖ ਇਤਿਹਾਸਕਾਰ ਦੱਸਦਾ ਹੈ, ਉਸ ਨੇ ਕਈ ਗੰਭੀਰ ਆਰੋਪ ਲਗਾਏ ਹਨ। ਇਹਨਾਂ ਆਰੋਪਾਂ ਤੋਂ ਬਾਅਦ ਉਹ ਜਿਹੜਾ ਇੰਟਰਵਿਊ ਉਹਨਾਂ ਨੇ ਦਿੱਤਾ YouTube 'ਤੇ, ਉਹ ਪੂਰੀ ਦੁਨੀਆ ਦੇ ਵਿੱਚ ਸਾਰੀ ਸਿੱਖ ਸੰਗਤ ਅਤੇ ਜਥੇਬੰਦੀਆਂ ਨੇ ਦੇਖਿਆ, ਜਿਹਦੇ ਨਾਲ ਉੜੀਸਾ ਦੀ ਸਮੂਹ ਸਿੱਖ ਸੰਗਤ ਦੇ ਮਾਨ ਸਨਮਾਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ। ਤੇ ਦਾਸ ਉਸੇ ਮੁੱਦੇ ਨੂੰ ਲੈ ਕੇ ਆਪ ਸਮੂਹ ਸੰਗਤ ਦੇ ਸਾਹਮਣੇ ਅਤੇ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਨੂੰ ਆਪਾਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ ਜੋ ਆਰੋਪ ਲੱਗੇ ਹਨ, ਇਸ ਦਾ ਅੱਜ ਤੱਕ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਖੰਡਨ ਜਾਂ ਇਹਦੇ ਉੱਤੇ ਆਪ ਜੀ ਨੇ ਕੋਈ ਬਿਆਨ ਨਹੀਂ ਦਿੱਤਾ। ਪਹਿਲਾਂ ਜਿਹੜਾ ਉਹਨਾਂ ਨੇ ਆਰੋਪ ਲਗਾਇਆ ਹੈ ਵੀ ਮੰਗੂ ਮੱਠ ਜਿਹੜਾ ਹੈ ਉਹ ਇਸ ਕਰਕੇ ਢੱਠਾ ਹੈ ਕਿ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਜਿਹੜੇ ਨੁਮਾਇੰਦੇ ਹਨ, ਉਹਨਾਂ ਨੇ ਜੋ ਗਲਤ ਉੱਥੇ ਬਿਆਨ ਦਿੱਤੇ, ਮੰਗੂ ਮੱਠ ਦੀ ਪੂਰੀ ਜਾਣਕਾਰੀ ਨਹੀਂ ਹੋਣ ਕਰਕੇ ਜੋ ਉਹਨਾਂ ਨੇ ਬਿਆਨ ਦਿੱਤੇ, ਉਸ ਕਰਕੇ ਉਹ ਮੰਗੂ ਮੱਠ ਟੁੱਟਾ। ਇਹ ਉਹਨਾਂ ਨੇ ਇੱਕ ਇਲਜ਼ਾਮ ਲਗਾਇਆ ਹੈ। ਇਹ ਵੀਡੀਓ ਪਹਿਲਾਂ ਵੀ ਵਾਇਰਲ ਹੁੰਦੀ ਰਹੀ ਹੈ ਔਰ ਸਿੱਖ ਸੰਗਤ ਦੇ ਵਿੱਚ ਇਸ ਦਾ ਦੁੱਖ ਪ੍ਰਗਟ ਕੀਤਾ ਗਿਆ, ਪਰ ਹੁਣ ਜਿਹੜੀ ਇਹ ਵੀਡੀਓ ਨਵੀਂ ਬਣੀ ਹੈ ਅਵਿਨਾਸ਼ ਮਹਾਪਾਤਰੋ ਨੇ ਪਾਈ ਹੈ, ਉਹ ਸਾਰੇ ਹੀ ਸੰਸਾਰ 'ਚ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਤਕਲੀਫ ਹੋਈ ਉੜੀਸਾ ਦੀ ਸਮੂਹ ਸੰਗਤ ਨੂੰ, ਰੌਕਲੇ ਦੀ ਸੰਗਤ ਨੂੰ। ਸੋ ਇਹ ਜੋ ਬਿਆਨ ਦਿੱਤਾ ਗਿਆ ਉੱਥੇ ਮਹਿੰਦਰ ਸਿੰਘ ਕਲਸੀ ਵੱਲੋਂ ਮੰਗੂ ਮੱਠ ਨੂੰ ਲੈ ਕੇ, ਜਿਹਦੇ ਚੱਲਦੇ ਉਹ ਮੰਗੂ ਮੱਠ ਟੁੱਟਾ, ਇਹ ਇਲਜ਼ਾਮ ਜਿਹੜਾ ਹੈ ਉਹ ਅਵਿਨਾਸ਼ ਮਹਾਪਾਤਰੋ ਨੇ ਲਗਾਇਆ। ਦੂਸਰੀ ਗੱਲ ਜਿਹੜੀ ਉਹਨੇ ਬੋਲੀ ਹੈ ਕਿ ਬੌਲੀ ਸਾਹਿਬ ਜਿਹੜਾ ਹੈ ਉਸ ਦਾ MOU ਜੋ ਹੈ ਉਹ ਸਾਈਨ ਜਿਹੜਾ ਹੈ ਉਹ ਸਤਪਾਲ ਸਿੰਘ ਹੁਣਾਂ ਨੇ ਕੀਤਾ ਹੈ, ਜਿਹੜੇ ਕਿ ਇੱਕ ਭੁਵਨੇਸ਼ਵਰ ਦੇ ਨਿਵਾਸੀ ਹਨ। ਜਿਹੜਾ ਕੰਮ ਸਿੱਖ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ, ਉੜੀਸਾ ਪ੍ਰਤੀਨਿਧੀ ਬੋਰਡ ਨੂੰ ਕਰਨਾ ਚਾਹੀਦਾ ਸੀ, ਉਹ ਇੱਕ ਇੰਡੀਵਿਜੂਅਲ ਬੰਦਾ MOU ਸਾਈਨ ਕਰਦਾ ਹੈ। ਇਹ ਵੀ ਉਹਨੇ ਆਰੋਪ ਲਗਾਇਆ। ਦਾਸ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਨੂੰ ਇਹ
ਪੁੱਛਣਾ ਚਾਹੁੰਦਾ ਹੈ ਵੀ ਇਹ ਜਿਹੜਾ MOU ਸਾਈਨ ਹੋਇਆ ਹੈ ਇਹਦੀ ਸੱਚਾਈ ਕੀ ਹੈ। ਜੇ ਇਹਦੇ ਬਾਰੇ ਸਾਈਨ ਸਤਪਾਲ ਸਿੰਘ ਪਾਲੀ ਨੇ ਕੀਤਾ ਹੈ ਤੇ ਉਹ ਗਲਤ ਹੈ, ਕਿਉਂਕਿ ਇਹ ਜੋ ਚੀਜ਼ ਹੈ ਇਹ ਪੂਰੇ ਸਿੱਖ ਸਮਾਜ ਦੀ ਹੈ ਔਰ ਇਹਨੂੰ ਇੱਕ ਬੰਦਾ MOU ਸਾਈਨ ਕਰੇ ਜਿਹੜਾ ਕਿ ਸਾਈਨ ਸ਼੍ਰੀ ਜਗਨਨਾਥ ਮੰਦਿਰ ਪੂਰੀ ਦੀ ਕਮੇਟੀ ਦੇ ਨਾਲ ਕੀਤਾ ਗਿਆ ਹੈ, ਜੋ ਜਾਣਕਾਰੀ ਮਿਲ ਰਹੀ ਹੈ ਅਵਿਨਾਸ਼ ਜੀ ਦੇ ਇੰਟਰਵਿਊ ਤੋਂ। ਤੀਸਰੀ ਗੱਲ ਜੋ ਹੈ, ਅਵਿਨਾਸ਼ ਜੀ ਨੇ ਇੱਕ ਗੰਭੀਰ ਆਰੋਪ ਲਗਾਇਆ ਵੀ 2019 ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ, ਜੋ ਕਿ ਤਕਰੀਬਨ 2-2.5 ਮਹੀਨੇ ਪਹਿਲਾਂ ਤੋਂ ਹੀ ਜਿਹਦਾ ਪ੍ਰਚਾਰ ਕੀਤਾ ਗਿਆ ਵੀ ਇਹ ਸ਼੍ਰੀ ਜਗਨਨਾਥ ਸਾਹਿਬ ਦੇ ਜਿਹੜਾ ਬੌਲੀ ਮੱਠ ਹੈ ਉੱਥੋਂ ਆਰੰਭ ਹੋ ਕੇ ਇਹ ਭੁਵਨੇਸ਼ਵਰ ਹੋ ਕੇ ਕਟਕ ਆਏਗਾ, ਪਰ ਉੱਥੋਂ ਉਹ ਜਿਹੜਾ ਆਰੰਭ ਨਹੀਂ ਕੀਤਾ ਗਿਆ, ਉਹ ਇੱਕ ਸਮੁੰਦਰ ਕਿਨਾਰੇ ਤੋਂ ਅਰਦਾਸ ਕਰਕੇ ਆਰੰਭ ਕੀਤਾ ਗਿਆ। ਉੜੀਸਾ ਦੀ ਸੰਗਤ ਇਹ ਜਾਣਨਾ ਚਾਹੁੰਦੀ ਹੈ ਭਈ ਪੂਰੇ ਉੜੀਸਾ ਦਾ ਸਿੱਖ ਸੰਗਤ ਦੇ ਜਿਹੜੇ ਨੁਮਾਇੰਦੇ ਹਨ, ਉੜੀਸਾ ਪ੍ਰਤੀਨਿਧੀ ਬੋਰਡ, ਜਿਨ੍ਹਾਂ ਨੇ ਆਪਣੇ ਆਪ ਨੂੰ ਇਹ ਆਖਿਆ ਵੀ ਪੂਰਾ ਜੋ ਹੈ ਅਸੀਂ ਇਹ ਪ੍ਰੋਗਰਾਮ ਉਡੀਕਿਆ ਹੈ ਔਰ ਪ੍ਰੋਗਰਾਮ ਕਰ ਰਹੇ ਹਨ। ਇੱਦਾਂ ਦੀ ਕਿਹੜੀ ਗੱਲ ਹੋ ਗਈ ਸੀ ਜਿਹੜਾ ਕਿ ਆਖਰ ਨੂੰ ਸਮੁੰਦਰ ਦੇ ਕਿਨਾਰੇ ਤੋਂ ਅਰਦਾਸ ਕਰਕੇ ਨਗਰ ਕੀਰਤਨ ਜੋ ਹੈ 550 ਸਾਲ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਆਰੰਭ ਕਰਨਾ ਪਿਆ। ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਤੋਂ ਆਰੰਭ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਕਟਕ ਦਾਤਣ ਸਾਹਿਬ 'ਤੇ ਸਮਾਪਤ ਹੋਣਾ ਸੀ, ਉਹਦੇ ਵਿੱਚ ਵਿਘਨ ਪਿਆ। ਔਰ ਉਸ ਪ੍ਰੋਗਰਾਮ ਤੋਂ ਬਾਅਦ ਵੀ ਕੋਈ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦੱਸਿਆ ਗਿਆ, ਕੋਈ ਉਹਦਾ ਕਾਰਨ ਨਹੀਂ ਦੱਸਿਆ ਗਿਆ ਵੀ ਇਹ ਸਮੁੰਦਰ ਕਿਨਾਰੇ ਤੋਂ ਕਿਉਂ ਕੱਢਿਆ ਗਿਆ। ਇਹ ਵੀ ਇੱਕ ਉਹਨਾਂ ਨੇ ਆਰੋਪ ਲਗਾਇਆ ਹੈ। ਮੈਂ ਥੋੜਾ ਜਿਹਾ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਅਕਾਲ ਤਖਤ ਦੇ ਜਥੇਦਾਰ ਜੀ ਨੇ ਇੱਕ ਇੰਟਰਵਿਊ ਦਿੱਤਾ ਸੀ ਕਿ ਆਪਣਾ ਪੂਰੀ ਗੁਰਦੁਆਰਾ ਦਾ ਨਾਂ ਚੇਂਜ ਹੋਣ ਵਾਸਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਕਿਹਾ ਸੀ ਕਿ ਇੱਕ ਮਹੀਨੇ ਦੇ ਬਾਅਦ ਪੂਰੀ ਗੁਰਦੁਆਰਾ ਦਾ ਨਾਂ ਚੇਂਜ ਹੋ ਜਾਏਗਾ। ਹੁਣ ਘੱਟ ਤੋਂ ਘੱਟ 1.5 ਮਹੀਨਾ ਹੋ ਗਿਆ ਉਸ ਨੂੰ ਲੈ ਕੇ, ਤੇ ਉਸ ਦੇ ਬਾਰੇ ਤੁਹਾਡੀ ਕੀ ਵਿਚਾਰ ਹਨ? ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਤੇ ਮੀਟਿੰਗ ਹੋਈ ਤੇ ਕਈ ਮੁੱਦਿਆਂ ਦੇ ਉੱਤੇ ਉਹਨਾਂ ਨੇ ਜੋ ਆਪਣੇ ਫੈਸਲੇ ਦਿੱਤੇ, ਉਹਦੇ ਵਿੱਚੋਂ ਇੱਕ ਇਹ ਵੀ ਫੈਸਲਾ ਸੀਗਾ, ਉਹਨਾਂ ਨੇ ਉੱਥੋਂ ਕੌਮ ਨੂੰ ਸੰਦੇਸ਼ ਦਿੱਤਾ ਵੀ ਪੂਰੀ ਦੇ ਵਿੱਚ ਸ਼ਮਸ਼ੇਰ ਸਿੰਘ ਜੀ ਜੋ ਇੱਕ ਉਹਨਾਂ ਨੇ ਗੁਰਦੁਆਰਾ ਉੱਥੇ ਚਲਾਉਂਦੇ ਹਨ, ਉਸ ਦਾ ਨਾਮ ਆਰਤੀ ਸਾਹਿਬ ਰੱਖਿਆ ਹੈ। ਦਾਸ ਕਰੀਬ 2019 ਚ ਦਸੰਬਰ ਚ ਮਹੀਨੇ ਚ ਅਕਾਲ ਤਖਤ ਗਿਆ ਸੀ, ਉੱਥੇ ਮੀਟਿੰਗ ਹੋਈ ਸੀ, ਜਥੇਦਾਰ ਸਾਹਿਬ ਜੀ ਮੌਜੂਦ ਸੀਗੇ। ਉੱਥੇ ਇਹ ਗੱਲ ਉੱਠੀ ਸੀ ਭਈ ਜਿਹੜਾ ਪੂਰੀ ਗੁਰਦੁਆਰਾ ਹੈ ਜਿਹਦਾ ਨਾਮ ਆਰਤੀ ਸਾਹਿਬ ਰੱਖਿਆ ਗਿਆ ਹੈ, ਉਹਦੇ ਉੱਤੇ ਉੜੀਸਾ ਦੇ ਵੀ ਕਈ ਹੋਰ ਨੁਮਾਇੰਦੇ ਗਏ ਸੀ, ਦਿੱਲੀ ਤੋਂ ਵੀ, ਹੋਰ ਵੀ ਕਈ ਥਾਵਾਂ ਤੋਂ ਆਏ ਸੀ, ਜਿਨ੍ਹਾਂ ਨੇ ਉਹਨਾਂ ਨੇ ਆਬਜੈਕਸ਼ਨ ਉੱਥੇ ਆਪਣਾ ਜਥੇਦਾਰ ਸਾਹਿਬ ਸਾਹਮਣੇ ਰੱਖਿਆ ਵੀ ਆਰਤੀ ਸਾਹਿਬ ਜਿਹੜੀ ਹੈ ਉਸ ਗੁਰਦੁਆਰੇ ਥਾਂ ਤੋਂ ਨਹੀਂ ਉਚਾਰਨ ਕੀਤੀ ਗਈ, ਇਸ ਕਰਕੇ ਉਹਦਾ ਨਾਮ ਜੋ ਆਰਤੀ ਸਾਹਿਬ ਜੋ ਹੈ ਉਹ ਉੱਥੇ ਨਹੀਂ ਹੋਣਾ ਚਾਹੀਦਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਦੋਂ ਵੀ ਜਦੋਂ ਉਹਨਾਂ ਦੇ ਸਪੁੱਤਰ ਜਗਦੀਪ ਸਿੰਘ ਜੀ ਜਿਹੜੇ ਕਿ ਸ਼ਮਸ਼ੇਰ ਸਿੰਘ ਜੀ ਦੇ ਸਪੁੱਤਰ ਹਨ, ਉਹ ਉੱਥੇ ਹਾਜ਼ਰ ਸੀ, ਉਹਨਾਂ ਨੂੰ ਆਖਿਆ ਵੀ ਤੁਸੀਂ ਇਹ ਜਿਹੜਾ ਨਾਮ ਜਿਹੜਾ ਹੈ ਉਹ ਬਦਲੀ ਕੀਤਾ ਜਾਵੇ। ਔਰ ਉਹਨਾਂ ਪਟਨਾ ਸਾਹਿਬ ਦੇ ਵੀ ਜਥੇਦਾਰ ਨੇ ਉਹਨਾਂ ਨੂੰ
ਵਰਬਲੀ ਇਹ ਸੰਦੇਸ਼ ਦਿੱਤਾ ਵੀ ਇਹ ਨਾਮ ਜਿਹੜਾ ਹੈ ਬਦਲੀ ਕੀਤਾ ਜਾਵੇ। ਜਦੋਂ ਉਹਨਾਂ ਨੇ ਨਹੀਂ ਕੀਤਾ ਤੇ ਤਕਰੀਬਨ ਕੁਝ ਦਿਨ ਪਹਿਲਾਂ ਉਹਨਾਂ ਨੇ ਦੁਬਾਰਾ ਇਹ ਅਕਾਲ ਤਖਤ ਤੋਂ ਸੰਦੇਸ਼ ਪੜ੍ਹ ਕੇ ਸੁਣਾਇਆ ਭਈ ਸ਼ਮਸ਼ੇਰ ਸਿੰਘ ਜੀ ਜਿਹੜਾ ਗੁਰਦੁਆਰਾ ਚਲਾ ਰਹੇ ਹਨ ਪੂਰੀ ਸਾਹਿਬ, ਜਿਸ ਦਾ ਨਾਮ ਆਰਤੀ ਸਾਹਿਬ ਹੈ, ਉਹ ਜਿਹੜਾ ਆਰਤੀ ਸਾਹਿਬ ਦਾ ਬੋਰਡ ਹੈ ਉਹ ਉੱਥੋਂ ਹਟਾਇਆ ਜਾਵੇ ਔਰ 1 ਮਹੀਨੇ ਦੇ ਅੰਦਰ ਅੰਦਰ ਇਸ ਦੀ ਜਾਣਕਾਰੀ ਅਕਾਲ ਤਖਤ ਦੇ ਉੱਤੇ ਸਾਨੂੰ ਦੱਸੀ ਜਾਵੇ ਆ ਕੇ। ਔਰ ਜੋ ਇਸ ਤਰ੍ਹਾਂ ਨਹੀਂ ਕਰਦੇ ਹਨ ਤਾਂ ਅਸੀਂ ਅਗਲੀ ਕਾਰਵਾਈ ਉਹਨਾਂ ਦੇ ਉੱਤੇ ਕਰਾਂਗੇ। ਇਹ ਉਹਨਾਂ ਨੇ ਸੰਦੇਸ਼ ਅਕਾਲ ਤਖਤ ਦੇ ਜਥੇਦਾਰ ਨੇ ਕੌਮ ਨੂੰ ਦਿੱਤਾ ਸੀ। ਸਾਧ ਸੰਗਤ ਜੀਓ, ਉੜੀਸਾ ਪ੍ਰਤੀਨਿਧੀ ਬੋਰਡ ਆਪਣੇ ਜਿਹੜੇ ਕੰਮ ਉਹ ਕਰਦਾ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਹੁੰਦੀਆਂ ਹਨ, ਜਿਸ ਦੇ ਨਾਲ ਉੜੀਸਾ ਦੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ 2019 ਦੇ ਵਿੱਚ ਇੰਡੋਮੈਨ ਕਮਿਸ਼ਨਰ ਨੇ ਇੱਕ ਉੱਥੇ ਆਪਣੇ ਆਫਿਸ ਤੋਂ ਆਰਡਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਉੜੀਸਾ ਦੇ ਜਿੰਨੇ ਗੁਰਦੁਆਰੇ ਹਨ ਉਹ ਗੌਰਮੈਂਟ ਆਪਣੇ ਅੰਡਰ 'ਚ ਲੈ ਲਏਗੀ। ਜਦੋਂ ਸਾਨੂੰ ਉਹ ਆਰਡਰ ਦੇ ਬਾਰੇ ਪਤਾ ਲੱਗਾ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਦਾਸ ਅਸੀਂ ਸਾਰਿਆਂ ਨੇ ਮਿਲ ਕੇ ਰੌਰਕਲਾ ਏਡੀਐਮ ਨੂੰ ਇੱਕ ਲੈਟਰ ਲਿਖਿਆ ਵਿਰੋਧ ਦੇ ਤੌਰ 'ਤੇ ਭਈ ਇਹ ਜਿਹੜੇ ਗੁਰਦੁਆਰੇ ਹਨ ਇਹ ਸਿੱਖਾਂ ਦੇ ਹਨ, ਸਿੱਖ ਕੌਮ ਦੇ ਹਨ, ਇਹ ਗੁਰਦੁਆਰੇ ਦੇ ਇਹ ਗੌਰਮੈਂਟ ਦੇ ਅੰਡਰ 'ਚ ਨਹੀਂ ਜਾਣੇ ਚਾਹੀਦੇ। ਔਰ ਇਹ ਚਿੱਠੀ ਜਿਹੜੀ ਹੈ ਇਹ ਜਿਹੜੀ ਐਡਰੈਸ ਕੀਤੀ ਗਈ ਸੀ ਇਹ ਉੜੀਸਾ ਦੇ ਚੀਫ ਮਿਨਿਸਟਰ ਸਾਹਿਬ ਜੀ ਨੂੰ ਕੀਤੀ ਗਈ ਸੀ। ਉਸ ਵੇਲੇ ਵੀ ਜਦੋਂ ਅਸੀਂ ਚਿੱਠੀ ਦੇਣ ਗਏ ਤੇ ਮੋਬਾਈਲ ਦੇ ਉੱਤੇ ਮੈਸੇਜ ਛੱਡੇ ਗਏ ਉੜੀਸਾ ਦੇ ਪ੍ਰਤੀਨਿਧੀ ਬੋਰਡ ਦੇ ਜਿਹੜੇ ਸਾਬਕਾ ਪ੍ਰਧਾਨ ਸੀ ਉਹਨਾਂ ਵੱਲੋਂ ਭਈ ਇਸ ਤਰ੍ਹਾਂ ਦਾ ਕੋਈ ਆਰਡਰ ਨਹੀਂ ਹੋਇਆ। ਲੇਕਿਨ ਅੱਜ ਕਰੀਬ 1.5 ਸਾਲ ਬਾਅਦ ਫਿਰ ਉਹ ਗੱਲ ਉੱਠੀ। ਅਵਿਨਾਸ਼ ਮਹਾਪਾਤਰ ਨੇ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਭਈ ਉੜੀਸਾ ਦੇ 10 ਗੁਰਦੁਆਰੇ ਜਿਹੜੇ ਹਨ ਉਹ ਗੌਰਮੈਂਟ ਦੇ ਅੰਡਰ 'ਚ ਉਹ ਗੌਰਮੈਂਟ ਲੈ ਰਹੀ ਹੈ। ਮੈਂ ਉੜੀਸਾ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਕਲਸੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਭਈ ਆਪ ਜੀ ਇਹਦੇ ਬਾਰੇ ਸਾਨੂੰ ਸਹੀ ਜਾਣਕਾਰੀ ਦੱਸੋ। ਔਰ ਆਪ ਜੀ ਨੇ ਜਾਣਕਾਰੀ ਤਾਂ ਪੂਰੀ ਸਹੀ ਹੈ ਕਿਉਂਕਿ ਆਰਡਰ ਹੈ, ਅਸੀਂ ਉਹਦੇ ਅਗੇਂਸਟ ਚਿੱਠੀ ਵੀ ਦਿੱਤੀ ਹੈ, ਪਰ ਅੱਜ ਤੱਕ ਉੜੀਸਾ ਪ੍ਰਤੀਨਿਧੀ ਬੋਰਡ ਨੇ ਉੜੀਸਾ ਦੇ ਸਾਰੇ ਗੁਰਦੁਆਰਿਆਂ ਨੂੰ ਬਚਾਉਣ ਵਾਸਤੇ ਨਾ ਕੋਈ ਮੀਟਿੰਗ ਬੁਲਾਈ, ਨਾ ਕੋਈ ਸਰਕਾਰ ਨੂੰ ਚਿੱਠੀ ਦਿੱਤੀ। ਔਰ ਇੱਥੇ ਤੱਕ ਕਿ ਉਹਨਾਂ ਦੇ ਜਿਹੜੇ ਸਾਬਕਾ ਪ੍ਰਧਾਨ ਹਨ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹਨ ਕਿ ਇੱਦਾਂ ਦੀ ਕੋਈ ਚਿੱਠੀ ਨਹੀਂ ਆਈ, ਸੰਗਤ ਨੂੰ ਏਡੀਐਮ ਆਫਿਸ ਜਾਣ ਦੀ ਲੋੜ ਨਹੀਂ ਹੈ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਸਿੱਖ ਕੌਮ ਵਾਸਤੇ। ਸਾਧ ਸੰਗਤ ਜੀਓ, ਕਈ ਹੋਰ ਮੁੱਦੇ ਹਨ ਜਿਹਦੇ ਉੱਤੇ ਚਰਚਾ ਸਿੱਖ ਸੰਗਤਾਂ ਆਪਸ 'ਚ ਕਰਦੀਆਂ ਰਹੀਆਂ ਹਨ ਉੜੀਸਾ ਪ੍ਰਤੀਨਿਧੀ ਬੋਰਡ ਦੇ ਕੰਮਾਂ ਨੂੰ ਲੈ ਕੇ, ਜਿਹਦੇ ਨਾਲ ਸਾਡੀ ਉੜੀਸਾ ਸਿੰਘ ਸੰਗਤ ਦਾ ਭਾਰੀ ਨੁਕਸਾਨ ਹੋਇਆ ਹੈ। ਪਰ ਇਸ ਵੇਲੇ ਜੋ ਕਿ ਕਈ ਸਾਲਾਂ ਤੋਂ ਮੰਗੂ ਮੱਠ, ਬੌਲੀ ਮੱਠ ਜਾਂ ਮੈਂ ਜਿਹੜੇ ਪਹਿਲਾਂ ਮੁੱਦੇ ਦੱਸੇ ਹਨ 550 ਸਾਲਾ ਨਗਰ ਕੀਰਤਨ, ਇੰਡੋਮੈਨ ਕਮਿਸ਼ਨਰ ਨੇ ਜਿਹੜਾ ਗੁਰਦੁਆਰਾ ਆਪਣੇ ਸਾਰੇ ਗੁਰਦੁਆਰੇ ਆਪਣੇ ਅੰਡਰ ਦੇ ਲੈਣ ਦਾ ਜੋ ਆਰਡਰ ਕੀਤਾ ਹੈ, ਇਸ ਦੇ ਨਾਲ ਮੈਂ ਸੋਚਦਾ ਪਈ ਜਿੰਨਾ ਇਹ ਮੌਜੂਦਾ ਸਮੇਂ ਦੇ ਵਿੱਚ ਸਿੱਖ ਪੰਥ ਦਾ ਨੁਕਸਾਨ ਹੋਇਆ ਇੱਦਾਂ ਪਹਿਲਾਂ ਇਤਿਹਾਸ 'ਚ ਕਦੀ ਨਹੀਂ ਹੋਇਆ। ਔਰ ਉਸ ਤੋਂ ਦੁੱਖ ਦੀ ਗੱਲ ਇਹ ਹੈ ਵੀ ਸਾਡੀ ਜਿਹੜੀ ਉੜੀਸਾ ਪ੍ਰਤੀਨਿਧੀ ਬੋਰਡ ਹੈ, ਜਿਹੜੇ ਕਿ ਆਪਣੇ ਆਪ ਨੂੰ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ, ਜਿਸ ਦਾ ਇਹ ਕੰਮ ਸੀ ਵੀ ਉੜੀਸਾ ਦੇ ਸਾਰੇ ਹੀ ਸਿੱਖਾਂ ਦੀ ਕੋਈ ਵੀ ਦੁੱਖ ਹੋਵੇ, ਕੋਈ ਵੀ ਮੁਸੀਬਤ ਹੋਵੇ, ਗੁਰਦੁਆਰਿਆਂ ਦੀ ਕੋਈ ਪ੍ਰੋਬਲਮ ਹੋਵੇ, ਉਹਨੂੰ ਸੋਲਵ ਕਰਨ ਵਾਸਤੇ ਸਿੱਖ ਕੌਮ ਨੂੰ ਚੰਗੀ ਸੇਧ ਦੇ ਕੇ ਅੱਗੇ ਲਿਜਾਉਣਾ ਜੋ ਕੰਮ ਸੀ ਉਹਦੇ ਵਿੱਚ ਉਹਨਾਂ ਨੇ ਆਪਣੀ ਜੋ ਭੂਮਿਕਾ ਹੈ
ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ, ਜਿਹਦੇ ਚੱਲਦੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਾਧ ਸੰਗਤ ਜੀਓ, ਪੰਥ ਦੇ ਦਰਦੀ ਹੋਣ ਕਰਕੇ ਮੈਨੂੰ ਵੀ ਇਹ ਸਭ ਗੱਲਾਂ ਦੀ ਬਹੁਤ ਜ਼ਿਆਦਾ ਤਕਲੀਫ ਲੱਗੀ ਔਰ ਅਸੀਂ ਇੱਕ ਚਿੱਠੀ ਜੋ ਹੈ ਉਹ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਨੂੰ ਲਿਖੀ ਹੈ, ਜਿਹਦੇ ਵਿੱਚ ਇਹ ਸਾਰੇ ਹੀ ਮੁੱਦੇ ਚੁੱਕੇ ਗਏ ਹਨ ਔਰ ਉਹ ਸਾਰੇ ਹੀ ਇਲਜ਼ਾਮ ਚੁੱਕੇ ਗਏ ਹਨ ਜਿਹੜੇ ਅਵਿਨਾਸ਼ ਮਹਾਪਾਤਰੋ ਨੇ ਲਗਾਏ ਹਨ। ਮੈਂ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਹੀ ਚਾਹੁੰਦਾ ਹਾਂ ਭਈ ਉਹ ਇਹ ਸਾਰੀ ਹੀ ਗੱਲ ਦੇ ਉੱਤੇ ਗੰਭੀਰਤਾ ਨਾਲ ਇਸ ਗੱਲ ਨੂੰ ਲੈਣ, ਪੰਥ ਦੇ ਮੁੱਦਿਆਂ ਨੂੰ ਸਮਝਣ, ਜੋ ਪੰਥ ਦਾ ਨੁਕਸਾਨ ਹੋ ਰਿਹਾ ਉਹਨੂੰ ਸਮਝਣ। ਹੋਰ ਜਿਹੜਾ ਕਿ ਉੜੀਸਾ ਦੇ ਸਿੱਖ ਸੰਗਤ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ, ਜੋ ਠੇਸ ਪਹੁੰਚੇ ਦੀ ਭਰਪਾਈ ਤਾਂ ਨਹੀਂ ਹੋ ਸਕਦੀ, ਪਰ ਗਾਂ ਜਿਹੜਾ ਹੈ ਉਹ ਇੱਕ ਸਾਰੇ ਹੀ ਉੜੀਸਾ ਦੇ ਜੋ ਜ਼ੋਨ ਹਨ ਉਹਨਾਂ ਦੇ ਉਹ ਮੈਂਬਰਾਂ ਨੂੰ ਬੁਲਾਉਣ, ਮੀਟਿੰਗ ਕਰਨ, ਸੂਝਵਾਨ ਬੰਦੇ ਆਪਣੇ ਨਾਲ ਰੱਖਣ, ਜਿਹੜਾ ਕੋਈ ਵੀ ਕੰਮ ਕਰਨਾ ਹੁੰਦਾ ਹੈ ਉਹ ਸਾਰੇ ਹੀ ਰਲ ਮਿਲ ਕੇ ਵਿਚਾਰ ਕਰਕੇ ਕਰਨ, ਤਾਂ ਕਿ ਇੱਦਾਂ ਦੀਆਂ ਮੁਸੀਬਤਾਂ ਨਾ ਆਉਣ, ਇੱਦਾਂ ਦਾ ਪੰਥ ਦਾ ਨੁਕਸਾਨ ਨਾ ਹੋਵੇ। ਸਾਧ ਸੰਗਤ ਜੀ, ਇੱਕ ਮੈਂ ਗੱਲ ਹੋਰ ਕਹਿਣੀ ਚਾਹਾਂਗਾ। ਉੜੀਸਾ ਪ੍ਰਤੀਨਿਧੀ ਬੋਰਡ ਨੇ 4 ਜ਼ੋਨ ਬਣਾਏ ਉੜੀਸਾ ਦੇ ਵਿੱਚ। ਇੱਕ ਰੌਰਕਲਾ ਜ਼ੋਨ ਹੈ। 2017 ਤੋਂ ਲੈ ਕੇ ਅੱਜ ਤੱਕ ਤਕਰੀਬਨ 3 ਸਾਲ ਹੋ ਗਏ ਹਨ, 3.5 ਸਾਲ ਹੋ ਗਏ, ਕਿਉਂਕਿ ਅਪ੍ਰੈਲ 'ਚ ਸਾਲ ਪੂਰਾ ਹੁੰਦਾ ਹੈ। ਅੱਜ ਤੱਕ 3.5 ਸਾਲ ਦੇ ਵਿੱਚ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਨੇ ਕੋਈ ਵੀ ਇੱਦਾਂ ਦੀ ਮੀਟਿੰਗ ਨਹੀਂ ਰੱਖੀ ਜਿਹਦੇ ਵਿੱਚ ਸੰਗਤ ਨੂੰ ਬੁਲਾਇਆ ਹੋਵੇ, ਆਪਣੇ ਗੁਰਦੁਆਰਿਆਂ ਦੇ ਮੈਂਬਰਾਂ ਨੂੰ ਬੁਲਾਇਆ ਹੋਵੇ। ਸਾਨੂੰ ਜ਼ੋਨ ਨੂੰ, ਰੌਰਕਲੇ ਨੂੰ ਨਹੀਂ ਬੁਲਾਇਆ। ਸਾਨੂੰ ਇਸ ਗੱਲ ਦਾ ਦੁੱਖ ਹੈ, ਜਦ ਕਿ ਹਰ 2 ਸਾਲ ਵਿੱਚ ਪ੍ਰਧਾਨ ਵੀ ਬਦਲੇ ਹੁੰਦੇ ਹਨ, ਪਰ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਹੈ। ਜੇ ਆਪਾਂ ਰਲ ਮਿਲ ਕੇ ਕੰਮ ਕਰਦੇ ਤਾਂ ਸ਼ਾਇਦ ਇਹ ਜੋ ਪੰਥ ਦਾ ਨੁਕਸਾਨ ਹੈ ਉਹ ਨਹੀਂ ਹੁੰਦਾ। ਸੋ ਮੇਰਾ ਇੰਨੀ ਬੇਨਤੀ ਹੈ ਸਮੂਹ ਸੰਗਤ ਨੂੰ ਵੀ ਆਪਾਂ ਇਹਦਾ ਜੋ ਸਹੀ ਤਰੀਕਾ ਹੈ ਕੰਮ ਕਰਨੇ ਦਾ ਉਹ ਆਪਾਂ ਲੱਭੀਏ। ਇੰਨੀਆਂ ਬੇਨਤੀਆਂ ਮੈਂ ਕਰਦਾ ਉੜੀਸਾ ਦੀ ਸਾਰੀ ਸੰਗਤ ਨੂੰ ਇਹ ਕਹਿਣਾ ਚਾਹਾਂਗਾ ਵੀ ਆਪਾਂ ਪੰਥ ਦੇ ਪ੍ਰਤੀ ਵਫਾਦਾਰ ਹੋਈਏ। ਸਿੱਖ ਕੌਮ ਦਾ ਜੋ ਦਰਦ ਹੈ ਆਪਣੇ ਮਨ ਦੇ ਵਿੱਚ ਉਹਨੂੰ ਪ੍ਰਗਟ ਕਰੀਏ, ਸਾਹਮਣੇ ਆਈਏ। ਕੌਮ ਨੂੰ ਆਪਾਂ ਕਿੱਦਾਂ ਅੱਗੇ ਲਿਜਾਉਣਾ ਹੈ, ਸਿੱਖ ਕੌਮ ਨੂੰ ਆਪਾਂ ਕਿੱਦਾਂ ਲੈ ਕੇ ਤੁਰਨਾ ਹੈ, ਸਾਰਿਆਂ ਨੂੰ ਆਪਾਂ ਉਹ ਰਲ ਮਿਲ ਕੇ ਇਹ ਆਪਾਂ ਇੱਕ ਪੂਰਾ ਆਪਾਂ ਇਹਦਾ ਆਪਾਂ ਸਮਝ ਲਓ ਵੀ ਇੱਕ ਤਰ੍ਹਾਂ ਨਾਲ ਆਪਾਂ ਇਕੱਠੇ ਹੋ ਕੇ ਵਿਚਾਰ ਕਰਕੇ ਇਹ ਗੱਲ ਆਖਾਂਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਪ੍ਰਸਤੀ ਹੇਠਾਂ ਗੁਰਮਤਿ ਅਨੁਸਾਰ ਆਪਾਂ ਸਾਰੇ ਹੀ ਕੰਮ ਜਿਹੜੇ ਹਨ ਉਹ ਲੈ ਕੇ ਅੱਗੇ ਚੱਲਾਂਗੇ ਤਾਂ ਗੁਰੂ ਮਹਾਰਾਜ ਕਿਰਪਾ ਕਰਨਗੇ, ਕੌਮ ਦੀ ਚੜ੍ਹਦੀ ਕਲਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਚੈਨਲ ਹੈ ਇਹ ਰੌਰਕਲਾ ਸਿੱਖ ਚੈਨਲ ਹੈ ਔਰ ਇਹਨੂੰ ਚਲਾਉਂਦੇ ਜੋ ਸਰਦਾਰ ਮਣੀ ਸਿੰਘ ਜੀ ਹਨ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਲੈਣ ਨੂੰ ਸਾਡੇ ਆਫਿਸ 'ਚ ਪਹੁੰਚੇ ਹਨ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।